सतनाम वाहिगुरु साहिब जी। सतनाम वाहिगुरु साहिब जी। सुनी अरदास स्वामी मेरा सर्ब कला बण आई। प्रगट भई सगले जुगअंतर गुरु नानक की वडियाई। कृपा करो दीन के दाते मेरा गुण अवगुण न विचारो कोई। माटी का क्या धोपै स्वामी मानस की गत एही। सतनाम वाहिगुरु साहिब जी। गौड़ी महला पंजवा। गुर कै बचन मोहे परम गत पाई। गुर पूरै मेरी पैज रखाई। गुर कै बचन मोहे परम गत पाई। गुर पूरै मेरी पैज रखाई। गुर कै बचन ध्यायो मोहे नाओ। गुर प्रसाद मोहे मिलिया थाओ। रहाओ गुर कै बचन सुन रसन बखाणी। गुर कृपा ते अमृत मेरी बाणी। गुर कै बचन मिटिया मेरा आप। गुर की दया ते मेरा बड़ प्रताप। गुर कै बचन मिटिया मेरा भरम। गुर कै बचन पेख्यो सब ब्रह्म। गुर कै बचन कीनो राज जोग। गुर कै संग तरया सब लोग। गुर कै बचन मेरे कारज सिद्ध। गुर कै बचन पायो नाओ निध। जिन जिन कीनी मेरे गुरु की आसा। तिसकी कटिया जम की फासा। गुर कै बचन जाग्या मेरा कर्म। नानक गुर भेटिया पार ब्रह्म। गुर कै बचन जाग्या मेरा कर्म। नानक गुर भेटिया पार ब्रह्म। वाहिगुरु जी का खालसा वाहिगुरु जी की फतेह। जुग जुग अटल चवर तख्त दे मालक। लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हैं। आओ गुरु दे दर्शन करते हुए गुरु दे दरबार दे अंदर हाजरियां भरते हुए गुरु की निघी गोद का आनंद माणते हुए गुरु की बाणी बाणी की विचार श्रवण करते हुए साहिब श्री गुरु ग्रंथ साहिब महाराज जी नूं सीस झुकाउंदे हुए
ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ 8 ਪਦਿਆਂ ਵਾਲੀ ਸ਼ਬਦ ਹਨ। 239 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਗੁਰ ਕੈ ਬਚਨ ਮੋਹੇ ਪਰਮ ਗਤ ਪਾਈ। ਕਹਿਣ ਲੱਗੇ, हे ਭਾਈ, ਸਤਿਗੁਰਾਂ ਦੇ ਅੰਮ੍ਰਿਤ ਰੂਪ ਬਚਨਾਂ ਦੇ ਨਾਲ ਮੋਹੇ ਮੈਂ ਪਰਮ ਗਤ ਵੱਡੀ ਮੁਕਤੀ ਭਾਵ ਕੈਵਲ ਮੁਕਤੀ ਪਾਉਣਾ ਕੀਤੀ ਹੈ। ਸੰਗਤਾਂ ਨੂੰ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰ ਕੈ ਬਚਨ ਮੋਹੇ ਪਰਮ ਗਤ ਪਾਈ। ਸਤਿਗੁਰੂ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ हे ਭਾਈ, ਸਤਿਗੁਰਾਂ ਦੇ ਅੰਮ੍ਰਿਤ ਰੂਪੀ ਬਚਨਾਂ ਦੇ ਨਾਲ ਮੋਹੇ ਮੈਂ ਪਰਮ ਗਤ ਵੱਡੀ ਮੁਕਤੀ ਭਾਵ ਕੈਵਲ ਮੁਕਤੀ ਪਾਉਣਾ ਕੀਤੀ ਹੈ। ਗੁਰ ਪੂਰੈ ਮੇਰੀ ਪੈਜ ਰਖਾਈ। ਪੂਰਿਆਂ ਸਤਿਗੁਰਾਂ ਨੇ ਮੇਰੀ ਪੈਜ ਮੇਰੀ ਇੱਜ਼ਤ ਰੱਖ ਲਈ ਹੈ ਕਿ ਜਦੋਂ ਮੈਂ ਗੁਰੂ ਦੇ ਬਚਨਾਂ ਨਾਲ ਪਰਮ ਗਤੀ ਪਾ ਲਈ ਤਾਂ ਗੁਰ ਪੂਰੈ ਮੇਰੀ ਪੈਜ ਰਖਾਈ। ਪੂਰਿਆਂ ਸਤਿਗੁਰਾਂ ਨੇ ਮੇਰੀ ਪੈਜ ਇੱਜ਼ਤ ਰੱਖ ਲਈ ਹੈ। ਕਿਉਂਕਿ ਗੁਰ ਕੈ ਬਚਨ ਧਿਆਇਓ ਮੋਹੇ ਨਾਓ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੱਚੇ ਪਾਤਸ਼ਾਹ ਦੇ ਉਪਦੇਸ਼ ਕਰਕੇ ਮੋਹੇ ਮੈਂ ਅੰਮ੍ਰਿਤ ਰੂਪੀ ਨਾਮ ਨੂੰ ਧਿਆਉਣਾ ਕੀਤਾ ਹੈ। ਇਸੇ ਕਰਕੇ ਮੇਰੀ ਇੱਜ਼ਤ ਗੁਰੂ ਨੇ ਰੱਖ ਲਈ ਹੈ ਤੇ ਮੈਂ ਵੱਡੀ ਮੁਕਤੀ ਕੈਵਲ ਮੋਖ ਮੁਕਤੀ ਪਾਉਣਾ ਕੀਤੀ ਹੈ। ਗੁਰ ਪ੍ਰਸਾਦ ਮੋਹੇ ਮਿਲਿਆ ਥਾਓ ਕਿ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਮੈਨੂੰ ਸਤਸੰਗ ਰੂਪੀ ਸਰੂਪ ਰੂਪੀ ਥਾਂ ਮਿਲਿਆ ਹੈ। ਗੁਰ ਪ੍ਰਸਾਦ ਮੋਹੇ ਮਿਲਿਆ ਥਾਓ। ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਮੈਨੂੰ ਸਤਸੰਗ ਰੂਪੀ ਥਾਂ ਮਿਲਿਆ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਹੋਣ ਕਰਕੇ ਮੈਂ ਅੰਮ੍ਰਿਤ ਰੂਪੀ ਨਾਮ ਨੂੰ ਧਿਆਉਣਾ ਕੀਤਾ ਹੈ। ਨਾਮ ਨੂੰ ਧਿਆਉਣੇ ਕਰਕੇ ਸਤਿਗੁਰਾਂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਇਸੇ ਕਰਕੇ ਸਤਿਗੁਰਾਂ ਦੇ ਅੰਮ੍ਰਿਤ ਰੂਪੀ ਬਚਨਾਂ ਦੇ ਨਾਲ ਮੈਂ ਪਰਮ ਗਤੀ ਪਾਉਣਾ ਕੀਤੀ ਹੈ। ਗੁਰ ਕੈ ਬਚਨ ਸੁਣ ਰਸਨ ਬਖਾਣੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਗੁਰੂ ਸਾਹਿਬ ਜੀ ਦੇ ਬਚਨ ਵਾਕਾਂ ਦੁਆਰਾ ਕੰਨਾਂ ਦੇ ਨਾਲ ਸ਼ਰਾਵਣ ਕਰਕੇ ਰਸਨਾ ਦੇ ਨਾਲ ਜੀਭਾ ਦੇ ਨਾਲ ਉਸ ਦੇ ਗੁਣਾਂ ਨੂੰ ਕਥਨ ਕਰਦੇ ਹਾਂ। ਗੁਰ ਕੈ ਬਚਨ ਸੁਣ ਰਸਨ ਬਖਾਣੀ। ਗੁਰੂ ਸਾਹਿਬ ਜੀ ਦੇ ਬਚਨਾਂ ਦੁਆਰਾ ਕਿ ਗੁਰੂ ਸਾਹਿਬ ਜੀ ਦੇ ਵਾਕਾਂ ਨੂੰ ਕੰਨਾਂ ਦੇ ਨਾਲ ਸੁਣਨ ਕਰਕੇ ਸ਼ਰਾਵਣ ਕਰਕੇ ਰਸਨ ਬਖਾਣੀ ਰਸਨਾ ਜੀਭਾ ਦੇ ਨਾਲ ਉਸ ਦੇ ਗੁਣਾਂ ਨੂੰ ਬਖਾਣੀ ਕਥਨ ਕਰਦਾ ਹਾਂ। ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸ਼ਰਾਵਣ ਕਰਕੇ ਪ੍ਰੀਤ ਰੂਪੀ ਰਸਨਾ ਦੇ ਨਾਲ ਬਖਿਆਨ ਕਰਦਾ ਹਾਂ। ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਮਹਾਰਾਜ ਜੀ ਕਥਨ ਕਰਦੇ ਹਨ, ਸਮਝਾ ਰਹੇ ਹਨ, ਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਹੋਣ ਤੋਂ ਮੇਰੀ ਬਾਣੀ ਮੇਰਾ ਬੋਲਣਾ ਹੈ ਜਿਹੜਾ ਉਹ ਨਾਮ ਰੂਪੀ ਅੰਮ੍ਰਿਤ ਦਾ ਰਸ ਭਰ ਗਿਆ ਹੈ। ਜੋ ਕੁਝ ਵੀ ਮੈਂ ਬੋਲਦਾ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਤੋਂ ਹੀ ਅੰਮ੍ਰਿਤ ਮੇਰੀ ਬਾਣੀ ਮੇਰਾ ਬੋਲਣਾ ਤੇ ਜੋ ਵੀ ਮੈਂ ਜ਼ਬਾਨ ਤੋਂ ਬੋਲਦਾ ਹਾਂ ਨਾਮ ਅੰਮ੍ਰਿਤ ਦਾ ਰਸ ਭਰ ਗਿਆ ਹੈ ਤੇ ਮੇਰੀ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਹੁੰਦਾ ਹੈ। ਗੁਰਾਂ ਦੀ ਕਿਰਪਾ ਤੋਂ ਮੇਰੀ ਬਾਣੀ ਮੇਰੀ ਬੋਲੀ ਅੰਮ੍ਰਿਤ ਰਸ ਵਰਗੀ ਹੋ ਗਈ ਹੈ ਕਿ ਮੇਰੀ ਬਾਣੀ ਵਿੱਚ ਜੋ ਅੰਮ੍ਰਿਤ ਰਸ ਹੈ ਇਹ ਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਦੇ ਨਾਲ ਭਰਿਆ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਅੱਗੇ ਸਮਝਾ ਰਹੇ ਹਨ, ਗੁਰ ਕੈ ਬਚਨ ਮੇਰਾ
गुर कै बचन मिटिया मेरा आप। गुर कै बचन, गुरां दे बचन, गुरां दे उपदेश नूं श्रावण करके मेरा आप आपा भाव मिट गया है। जो मैं मेरी सी, महाराज जी कहन लगे ओह गुरां दे उपदेश द्वारा श्रावण करन करके मेरा आपा भाव मिट गया है। गुर की दया ते मेरा बड़ प्रताप। गुरु दी दया, गुरु दी किरपा होण तो मेरा बड़ा प्रताप तेज प्रभाव हो गया है। गुर की दया ते मेरा बड़ प्रताप। गुरु अर्जन देव महाराज जी कथन करते हैं कि गुरु की किरपा होने करके मेरा बड़ प्रताप, के बड़ा प्रताप तेज प्रभाव हो गया है। गुर कै बचन मिटिया मेरा भरम। सतगुरु जी कथन करते हैं कि गुरु के उपदेश मनन करके मेरे अंदरों जीव ईश दा भरम, भेद भरम, करतब भरम आदਿਕ सब मिट गया है, नाश हो गया है। गुरु अर्जन देव महाराज जी बड़े ही विस्तार दे नाल निम्रता दे सहित गुरु की सिफत सलाह कर रहे हैं। चौथे पातशाह गुरु रामदास महाराज जी की सिफत सलाह वडियाई कर रहे हैं कि गुर कै बचन मेरा मिटिया भरम। सतगुरां दे बाचन, सतगुरां दे उपदेश मनन करके मेरे अंदरों जीव ईश दा भरम, भेद आदਿਕ सब मिट गया है, नाश हो गया है। गुर कै बचन पेख्यो सब ब्रह्म। सतगुरां दे बचनां द्वारा, सतगुरां दे उपदेश द्वारा सारियां नूं ब्रह्म रूप करके देखिया है। गुरु अर्जन देव महाराज जी समझा रहे हैं कि हे भाई, सतगुरां दे बचनां द्वारा ही सारियां नूं ब्रह्म रूप करके परमेश्वर दा रूप करके वेख्या है। जिवें दूरबीन नाल दूर दीयां चीज़ां नेड़े देख लईदियां हन, खुरदबीन दे नाल बरीक चीज़ां मोटियां करके वेख लईदियां हन। गुरु अर्जन देव महाराज जी कहन लगे इउं गुरु महाराज साहिब जी दे बचना रूपी चश्मिਆਂ दे नाल सारियां सूखम स्थूल कारण शरीरां विच ब्रह्म आत्मा नूं परमेश्वर नूं वेख लिया है। गुर कै बचन कीनो राज जोग। सतगुरां दे बचन, सतगुरां दे उपदेश करके राज जोग संसारक किरिया विच रहिंदियां मान जोगियां वांग वाहिगुरू नाल जोड़ना कीता है। गुर कै बचन कीनो राज जोग। सतगुरां दे बचन करके उपदेश करके राज जोग संसारक किरिया विच रहिंदियां मन जोगियां वांग वाहिगुरू नाल जोड़ना कीता है। गुर कै संग तरिया सब लोग। सतगुरां दे संग, सतगुरां दे नाल मिलने करके सारे लोक तर गए हैं। गुरु अर्जन देव महाराज जी समझा रहे हैं कि गुर कै संग तरिया सब लोग। सतगुरां दे संग, सतगुरां दे नाल मिलने करके, पूरे गुरु दे नाल मिलने करके सारे लोक तर गए हैं। गुर कै बचन मेरे कारज सिद्ध। सतगुरु जी दे बाचन मनन करके गुरु अर्जन देव महाराज जी कथन करते हैं कि सतगुरु दे बचन मनन करके मेरे संसारक परमार्थ आदिक सारे कारज काम सिद्ध हो गए हैं। गुर कै बचन पाया नाउ निध। कि सतगुरां दे बचनां द्वारा, उपदेश द्वारा मैं नाउ नाम रूपी खजाना पा लिया है। गुर कै बचन पाया नाउ निध। कि सतगुरां दे बचनां द्वारा नाम रूपी निध हुंदा खजाना पा लिया है। जिन जिन कीनी मेरे गुरु की आसा, तिसकी कटिया जम की फासा।
ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਸ ਜਿਸ ਨੇ ਮੇਰੇ ਸਤਿਗੁਰਾਂ ਦੀ ਚਿੱਤ ਦੇ ਵਿੱਚ ਆਸਾ ਉਮੀਦ ਧਾਰਨ ਕੀਤੀ ਹੈ, ਤਿਸ ਕੀ ਕੱਟਿਐ ਜਮ ਕੀ ਫਾਸਾ, ਉਸ ਦੀ ਜਮਾਂ ਦੀ ਫਾਸਾ ਫਾਹੀ ਕੱਟੀ ਗਈ ਹੈ। ਜਿਸ ਜਿਸ ਨੇ ਮੇਰੇ ਸਤਿਗੁਰਾਂ ਦੀ ਚਿੱਤ ਦੇ ਵਿੱਚ ਆਸਾ ਉਮੀਦ ਧਾਰਨ ਕੀਤੀ ਹੈ, ਉਸ ਦੀ ਜਮਾਂ ਦੀ ਫਾਹੀ ਕੱਟੀ ਗਈ ਹੈ। ਭਾਵ ਉਹ ਦੁਬਾਰਾ ਜੰਮਣ ਮਰਨ ਦੀ ਫਾਹੀ ਵਿੱਚ ਨਹੀਂ ਪੈਂਦਾ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਸਤਿਗੁਰਾਂ ਦੇ ਬਚਨਾਂ ਨੂੰ ਮੰਨਣ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਮੇਰਾ ਕਰਮ ਮੇਰਾ ਭਾਗ ਜਾਗ ਪਿਆ ਹੈ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਕਿ ਸਤਿਗੁਰਾਂ ਦੇ ਬਚਨਾਂ ਨੂੰ ਮੰਨਣ ਕਰਕੇ, ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਣ ਕਰਕੇ ਮੇਰਾ ਕਰਮ ਮੇਰਾ ਭਾਗ ਜਾਗ ਪਿਆ ਹੈ। ਨਾਨਕ ਗੁਰ ਭੇਟਿਓ ਪਾਰ ਬ੍ਰਹਮ, ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਕਥਨ ਕਰਦੇ ਹਨ ਬਾਣੀ ਦੁਆਰਾ, ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਕਿ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਪੂਰਾ ਸਤਿਗੁਰੂ ਭੇਟਿਆ ਮਿਲਿਆ ਹੈ। ਜੈਸਾ ਕਿ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕੋ ਬਲਿਹਾਰਾ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਹੋਣੇ ਕਰਕੇ ਮੈਨੂੰ ਪੂਰਾ ਸਤਿਗੁਰੂ ਮਿਲ ਗਿਆ ਹੈ। ਗੌੜੀ ਮਹੱਲਾ ਪੰਜਵਾ। ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰ ਕੀ ਰੇਣ ਨਿਤ ਮੱਜਨ ਕਰੋ, ਜਨਮ ਜਨਮ ਕੀ ਹਉਮੈ ਮਲ ਹਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਦੀ ਸਿਫਤ ਸਲਾਹ ਵਡਿਆਈ ਦੱਸ ਰਹੇ ਹਨ ਕਿ ਗੁਰੂ ਦੇ ਨਾਲ ਮਿਲਣੇ ਕਰਕੇ, ਗੁਰੂ ਦੇ ਵਚਨ ਮੰਨਣ ਦੇ ਨਾਲ, ਗੁਰੂ ਦਾ ਉਪਦੇਸ਼ ਮੰਨਣ ਦੇ ਨਾਲ ਕਿੰਨਾ ਲਾਭ ਪ੍ਰਾਪਤ ਹੋਇਆ ਹੈ, ਇਸ ਸ਼ਬਦ ਦੇ ਵਿੱਚ ਪਿਛਲੇ ਵਿੱਚ ਸਮਝਾਉਣਾ ਕੀਤਾ ਹੈ। ਅੱਗੇ ਵੀ ਮਹਾਰਾਜ ਜੀ ਇਸ ਸ਼ਬਦ ਵਿੱਚ ਸਮਝਾ ਰਹੇ ਹਨ, ਤਿਸ ਗੁਰ ਕੋ ਸਿਮਰੋ ਸਾਸ ਸਾਸ। ਹੇ ਭਾਈ, ਉਸ ਸਤਿਗੁਰੂ ਨੂੰ ਮੈਂ ਸਵਾਸ ਸਵਾਸ ਸਿਮਰਦਾ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਸੰਗਤਾਂ ਨੂੰ ਕਿ ਹੇ ਭਾਈ, ਉਸ ਸਤਿਗੁਰਾਂ ਨੂੰ ਮੈਂ ਸਵਾਸ ਸਵਾਸ ਸਿਮਰਦਾ ਹਾਂ। ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਗੁਰੂ ਸਾਹਿਬ ਜੀ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ ਅਤੇ ਸਤਿਗੁਰ ਮੇਰੀ ਰਾਸ, ਸਤਿਗੁਰੂ ਸਾਹਿਬ ਜੀ ਮੇਰੀ ਰਾਸ ਪੂੰਜੀ ਹਨ। ਕਿ ਇਸੇ ਕਰਕੇ ਮੈਂ ਸਤਿਗੁਰਾਂ ਨੂੰ ਸਵਾਸ ਸਵਾਸ ਸਿਮਰਦਾ ਹਾਂ। ਗੁਰੂ ਸਾਹਿਬ ਜੀ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ ਅਤੇ ਸਤਿਗੁਰੂ ਜੀ ਮੇਰੀ ਰਾਸ ਮੇਰੀ ਪੂੰਜੀ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਸੱਜੇ ਖੱਬੇ ਨੇਤਰ ਨਾਲ, ਮਨ ਬੁੱਧ ਰੂਪੀ ਨੇਤਰਾਂ ਨਾਲ, ਬੈਰਾਗ ਵਿਵੇਕ ਰੂਪੀ ਨੇਤਰਾਂ ਨਾਲ, ਪਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਨਾਲ, ਜੋ ਸਾਰਿਆਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਦੇਖਣ ਵਾਲਾ ਹੈ, ਉਸ ਨੂੰ ਦੇਖ ਕੇ ਹੀ ਜਿਉਂਦਾ ਹਾਂ। ਗੁਰ ਕੇ ਚਰਨ ਧੋਏ ਧੋਏ ਪੀਵਾਂ। ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਧੋ ਧੋ ਕੇ ਪੀਂਦਾ ਹਾਂ। ਕਿ ਗੁਰੂ ਸਾਹਿਬ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ ਅਤੇ ਸਤਿਗੁਰੂ ਹੀ
ਮੇਰੀ ਰਾਸ ਪੂੰਜੀ ਹਨ ਕਿ ਉਸ ਗੁਰੂ ਦੇ ਚਰਨਾਂ ਨੂੰ ਮੈਂ ਧੋ ਧੋ ਕੇ ਪੀਂਦਾ ਹਾਂ। ਗੁਰ ਕੀ ਰੇਣ ਨਿਤ ਮੱਜਨ ਕਰੋ, ਜਨਮ ਜਨਮ ਕੀ ਹਉਮੈ ਮਲ ਹਰੋ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਸਤਿਗੁਰਾਂ ਦੀ ਚਰਨ ਰੇਣ ਧੂੜੀ, ਸਤਿਗੁਰੂ ਦੀ ਚਰਨ ਧੂੜੀ ਵਿੱਚ ਹਮੇਸ਼ਾ ਮੱਜਨ ਇਸ਼ਨਾਨ ਕਰਦਾ ਹਾਂ। ਗੁਰ ਕੀ ਰੇਣ ਨਿਤ ਮੱਜਨ ਕਰੋ ਕਿ ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਵਿੱਚ ਹਮੇਸ਼ਾ ਇਸ਼ਨਾਨ ਕਰਦਾ ਹਾਂ। ਜਨਮ ਜਨਮ ਕੀ ਹਉਮੈ ਮਲ ਹਰੋ, ਕਿ ਜਿਸ ਸਤਿਗੁਰਾਂ ਦੀ ਚਰਨ ਧੂੜੀ ਨੇ ਮੇਰੀ ਜਨਮਾਂ ਜਨਮਾਂਤਰਾਂ ਦੀ ਹਉਮੈ ਹੰਗਤਾ ਮਮਤਾ ਰੂਪੀ ਮੈਲ ਹਰੋ ਹੁੰਦਾ ਨਾਸ ਕਰ ਦਿੱਤੀ ਹੈ। ਤਿਸ ਗੁਰ ਕੋ ਝੁਲਾਵੋ ਪਾਖਾ। ਮਹਾਰਾਜ ਜੀ ਕਹਿਣ ਲੱਗੇ ਉਸ ਸਤਿਗੁਰਾਂ ਨੂੰ ਗਰਮੀ ਦੀ ਰੁੱਤ ਵਿੱਚ ਪੱਖਾ ਝਲਾਉਣਾ ਕਰਦਾ ਹਾਂ। ਜਿਸ ਸਤਿਗੁਰਾਂ ਨੇ ਮਾਇਆ ਦੀ ਤ੍ਰਿਸ਼ਨਾ ਰੂਪੀ ਮਹਾ ਅਗਨ ਤੇ ਹੱਥ ਦੇ ਰਾਖਾ, ਕਿ ਮਹਾ ਭਾਰੀ ਅਗਨ ਅੱਗ ਤੋਂ ਕਿਰਪਾ ਰੂਪੀ ਹੱਥ ਦੇ ਕੇ ਰੱਖਿਆ ਕੀਤੀ ਹੈ। ਉਸ ਸਤਿਗੁਰਾਂ ਨੂੰ ਗਰਮੀ ਦੀ ਰੁੱਤ ਵਿੱਚ ਪੱਖਾ ਝਲਾਉਣਾ ਕਰਦਾ ਹਾਂ। ਜਿਸ ਸਤਿਗੁਰਾਂ ਨੇ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਤੋਂ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਰੱਖਿਆ ਕੀਤੀ ਹੈ। ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ। ਉਸ ਗੁਰੂ ਦੇ ਸਤ ਸੰਗਤ ਰੂਪੀ ਘਰ ਦਾ ਪਾਣੀ ਢੋਣਾ ਕਰਾਂ। ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ, ਕਿ ਉਸ ਗੁਰੂ ਦੇ ਸਤ ਸੰਗਤ ਰੂਪੀ ਗ੍ਰਹਿ ਘਰ ਦਾ ਪਾਣੀ ਢੋਣਾ ਕਰਾਂ। ਜੋ ਪ੍ਰੇਮ ਰਸਨਾ ਹੈ, ਵਾਹਿਗੁਰੂ ਜੋ ਪ੍ਰੇਮ ਕਰਨਾ ਹੈ। ਜਿਸ ਗੁਰ ਤੇ ਅਕਲ ਗਤ ਜਾਣੀ, ਕਿ ਜੋ ਪ੍ਰੇਮ ਕਰਨਾ ਹੈ ਇਹ ਪਾਣੀ ਢੋਣਾ ਹੈ। ਜੋ ਸਤ ਸੰਗਤ ਦੇ ਨਾਲ ਪ੍ਰੇਮ ਕਰਨਾ ਹੈ ਇਹ ਪਾਣੀ ਢੋਣਾ ਹੈ। ਜਿਸ ਗੁਰੂ ਤੋਂ ਮੈਂ ਅਕਲ ਕਲਪਨਾ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਜਾਣੀ ਹੈ, ਉਸ ਗੁਰੂ ਦੇ ਘਰ ਗੁਰੂ ਦੀ ਸਤ ਸੰਗਤ ਰੂਪੀ ਘਰ ਦਾ ਪਾਣੀ ਢੋਣਾ ਕਰਾਂ। ਤਿਸ ਗੁਰ ਕੈ ਗ੍ਰਹਿ ਪੀਸੋ ਨੀਤ। ਉਸ ਗੁਰੂ ਦੇ ਸਤ ਸੰਗ ਰੂਪੀ ਘਰ ਵਿੱਚ ਅਸੀਂ ਚੱਕੀ ਦੇ ਨਾਲ ਨਿਤਾ ਪ੍ਰਤੀ ਪੀਹਣ ਕਰਦੇ ਹਾਂ। ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਕਿ ਉਸ ਗੁਰੂ ਦੇ ਸਤ ਸੰਗ ਰੂਪੀ ਘਰ ਵਿੱਚ ਅਸੀਂ ਚੱਕੀ ਦੇ ਨਾਲ ਨਿਤਾ ਪ੍ਰਤੀ ਪੀਹਣਾ ਕਰਦੇ ਹਾਂ। ਭਾਵ ਆਟਾ ਪੀ ਪੀ ਕੇ ਸੰਗਤਾਂ ਨੂੰ ਪ੍ਰਸਾਦਾ ਬਣਾ ਕੇ ਛਕਾਉਣਾ ਕਰਦੇ ਹਾਂ। ਉਸ ਸਤਿਗੁਰੂ ਦੇ ਗ੍ਰਹਿ ਹੁੰਦਾ ਘਰ ਵਿੱਚ ਸ਼ਰਾਬਣ ਮੰਨਣ ਰੂਪੀ ਚੱਕੀ ਦੇ ਵਿੱਚ ਬਾਸਨਾ ਰੂਪੀ ਦਾਣਿਆਂ ਦੇ ਤਾਈਂ ਪੀਣਾ, ਭਾਵ ਵਿਕਾਰਾਂ ਦਾ ਨਾਸ ਕਰਦੇ ਹਾਂ। ਜਿਸ ਪ੍ਰਸਾਦ ਬੈਰੀ ਸਭ ਮੀਤ, ਕਿ ਜਿਸ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਦੁਨੀਆ ਦੇ ਲੋਕ ਬੈਰੀ ਬੈਰ ਕਰਨ ਵਾਲੇ ਉਲਟ ਕੇ ਸਾਰੇ ਮੀਤ ਮਿੱਤਰ ਹੋ ਜਾਂਦੇ ਹਨ। ਜਿਸ ਗੁਰਾਂ ਦੀ ਕਿਰਪਾ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਬੈਰੀ ਸਾਰੇ ਮਿੱਤਰ ਬਣ ਜਾਂਦੇ ਹਨ, ਸੱਜਣ ਬਣ ਜਾਂਦੇ ਹਨ। ਜਿਨ ਗੁਰ ਮੋਕੋ ਦੀਨਾ ਜੀਓ। ਜਿਸ ਸਤਿਗੁਰੂ ਸਾਹਿਬਾਂ ਨੇ ਮੋਕੋ ਮੈਨੂੰ ਜੀਵਨ ਦਾਨ ਜੀਵ ਦਾਨ ਭਾਵ ਮੁਕਤੀ ਦਾ ਦਾਨ ਦੇਣਾ ਕੀਤਾ ਹੈ, ਅਤੇ ਆਪਣਾ ਦਾਸਰਾ ਆਪੇ ਮੁੱਲ ਲਿਓ, ਅਤੇ ਆਪਣਾ ਦਾਸਰਾ ਆਪਣੇ ਸੇਵਕ ਨੂੰ ਆਪ ਹੀ ਪ੍ਰੇਮ ਰੂਪੀ ਕੀਮਤ ਵਿੱਚ ਲੈ ਲਿਆ ਹੈ, ਭਾਵ ਖਰੀਦ ਲਿਆ ਹੈ। ਆਪੇ ਲਾਇਓ ਆਪਣਾ ਪਿਆਰ। ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਪ੍ਰਾਪਤੀ ਦਾ ਪਿਆਰ ਹਿਰਦੇ ਵਿੱਚ ਆਪ ਹੀ ਲਾਉਣਾ ਕੀਤਾ ਹੈ। ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ।
ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਦਾ ਸਦਾ ਉਸ ਗੁਰੂ ਸਾਹਿਬ ਜੀ ਨੂੰ ਨਮਸਕਾਰ ਮੱਥਾ ਟੇਕਣਾ ਕਰਦਾ ਹਾਂ। ਕਾਲ ਕਲੇਸ਼ ਭੈ ਭਰਮ ਦੁੱਖ ਲਾਥਾ, ਜਿਸ ਗੁਰੂ ਦੀ ਕਿਰਪਾ ਕਰਕੇ ਕਲਪਨਾ ਕਲੇਸ਼ ਝਗੜੇ 7 ਪ੍ਰਕਾਰ ਦੇ ਡਰ, 5 ਪ੍ਰਕਾਰ ਦਾ ਭਰਮ ਅਤੇ ਜੰਮਣ ਮਰਨ ਦਾ ਦੁੱਖ ਆਦਿਕ ਸਾਰੇ ਹੀ ਲੱਥ ਗਏ ਹਨ। ਕਹੋ ਨਾਨਕ ਮੇਰਾ ਗੁਰ ਸਮਰਾਥਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰਾ ਸਤਿਗੁਰੂ ਸਮਰਾਥਾ, ਸਰਬ ਕਲਾ ਸਮਰੱਥ ਹੈ, ਕਿ ਉਸ ਗੁਰੂ ਦੀ ਕਿਰਪਾ ਹੋਣ ਕਰਕੇ ਕਲਪਨਾ ਕਲੇਸ਼ ਝਗੜੇ 7 ਪ੍ਰਕਾਰ ਦੇ ਡਰ, 5 ਪ੍ਰਕਾਰ ਦਾ ਭਰਮ, ਜੰਮਣ ਮਰਨ ਦਾ ਦੁੱਖ ਆਦਿਕ ਸਾਰੇ ਲੱਥ ਗਏ ਹਨ, ਚਲੇ ਗਏ ਹਨ। ਕਿ ਉਸ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਮੱਥਾ ਟੇਕਣਾ ਕਰਦੇ ਹਾਂ। ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਪ੍ਰਾਪਤੀ ਦਾ ਪਿਆਰ ਹਿਰਦੇ ਵਿੱਚ ਲਾਉਣਾ ਕੀਤਾ ਹੈ। ਗੌੜੀ ਮਹੱਲਾ ਪੰਜਵਾ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹੁ ਰਹਾਉ। ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸ਼ਿਗਾਰ। ਨਾਮ ਵਿਸਾਰ ਕਰੇ ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੈ ਨਹੀਂ ਤਨ ਮੈਂ ਰੋਗ। ਨਾਮ ਤਿਆਗ ਕਰੇ ਅਨ ਕਾਜ, ਬਿਨਸ ਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਬਾਧਾ। ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਸਾਰਾ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਕਰ ਰਹੇ ਹਨ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਉਲਾਂਭੇ ਵੀ ਦੇ ਰਹੇ ਹਨ, ਉਦਾਹਰਨ ਦੁਆਰਾ, ਉਦਾਹਰਨਾਂ ਦੇ ਦੇ ਕੇ। ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਗਤਾਂ ਨੂੰ ਉਪਦੇਸ਼ ਬਾਣੀ ਦੁਆਰਾ ਬਖਸ਼ਿਸ਼ ਕੀਤਾ ਹੈ। ਕਥਨ ਕਰਦੇ ਹਨ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਗੋਬਿੰਦ, ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ, ਮੈਨੂੰ ਆਪਣਾ ਨਾਮ ਦੇਣਾ ਕਰੋ, ਜਿਸ ਕਰਕੇ ਮੈਂ ਆਪ ਜੀ ਦੇ ਨਾਲ ਮਿਲ ਸਕਾਂ। ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਨਾਮ ਦੀ ਦਾਤ ਮੰਗਣਾ ਕੀਤੀ ਹੈ। ਆਪਾਂ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰੀਏ ਕਿ ਮਹਾਰਾਜ ਨਾਮ ਦੀਆਂ ਦਾਤਾਂ ਬਖਸ਼ੋ। ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਐ, ਉਤਰੈ ਮਨ ਕੀ ਭੁੱਖ। ਕਿ ਜੇ ਨਾਮ ਦੀ ਦਾਤ ਮਿਲ ਜਾਏ ਤਾਂ ਮਨ ਦੀਆਂ ਜਿਹੜੀਆਂ ਭੁੱਖਾਂ ਹਨ, ਇੱਛਾਵਾਂ ਹਨ, ਉਹ ਮਿਟ ਜਾਂਦੀਆਂ ਹਨ। ਇੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਹਿਣ ਲੱਗੇ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਹੈ ਮੇਰੇ ਗੋਬਿੰਦ,
ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਪਰਮੇਸ਼ਰ ਮੈਨੂੰ ਆਪਣਾ ਨਾਮ ਦੇਣਾ ਕਰੋ, ਜਿਸ ਕਰਕੇ ਮੈਂ ਆਪ ਜੀ ਦੇ ਨਾਲ ਮਿਲ ਸਕਾਂ। ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹੋ। ਮਹਾਰਾਜ ਜੀ ਕਹਿਣ ਲੱਗੇ ਤੇਰੇ ਨਾਮ ਸਿਮਰ ਤੋਂ ਬਿਨਾਂ ਪਰਮੇਸ਼ਰ ਜੀ ਪਦਾਰਥਾਂ ਦੇ ਨਾਲ ਪ੍ਰੇਮ ਕਰਨ ਨੂੰ ਤ੍ਰਿਕਾਰ ਯੋਗ ਹੈ, ਕਿ ਸੰਬੰਧੀਆਂ ਨਾਲ ਪ੍ਰੇਮ ਕਰਨਾ ਤ੍ਰਿਕਾਰ ਯੋਗ ਹੈ। ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਤੇਰੇ ਨਾਮ ਸਿਮਰ ਤੋਂ ਬਿਨਾਂ ਪਦਾਰਥਾਂ ਦੇ ਨਾਲ ਅਸਨੇਹ ਪ੍ਰੇਮ ਕਰਨ ਨੂੰ ਵੀ ਤ੍ਰਿਕਾਰ ਹੈ, ਤੇ ਸੰਬੰਧੀਆਂ ਦੇ ਨਾਲ ਪ੍ਰੇਮ ਕਰਨਾ ਤ੍ਰਿਕਾਰ ਯੋਗ ਹੈ ਤੇਰੇ ਨਾਮ ਤੋਂ ਬਿਨਾਂ। ਜੇ ਤੇਰਾ ਨਾਮ ਹਿਰਦੇ ਵਿੱਚ ਵਸ ਜਾਏ ਤਾਂ ਹੀ ਤੇਰੇ ਨਾਲ ਮਿਲ ਸਕਾਂਗਾ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਨਾਮ ਬਿਨਾ ਜੋ ਪਹਿਰੈ ਖਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਦੇ ਅੰਮ੍ਰਿਤ ਨਾਮ ਤੋਂ ਬਿਨਾਂ, ਅੰਮ੍ਰਿਤ ਨਾਮ ਤੋਂ ਬਗੈਰ ਜਿਹੜਾ ਸੋਹਣੇ ਕੱਪੜਿਆਂ ਦਾ ਪਹਿਰਾ ਪਹਿਨਣਾ ਅਤੇ ਚੰਗੇ ਪਦਾਰਥਾਂ ਦਾ ਖਾਏ ਖਾਣਾ ਹੈ, ਉਹ ਇਹੋ ਜਿਹਾ ਹੈ ਜਿਉਂ ਕੂਕਰ ਜੂਠਨ ਮੈਂ ਪਾਏ। ਜਿਵੇਂ ਕੂਕਰ ਕੁੱਤੇ ਦੇ ਜੂਠੇ ਬਰਤਨ ਵਿੱਚ ਕੋਈ ਚੀਜ਼ ਪਾ ਦੇਈਏ। ਨਾਮ ਬਿਨਾ ਜੋ ਪਹਿਰਾ ਖਾਏ। ਵਾਹਿਗੁਰੂ ਦੇ ਅੰਮ੍ਰਿਤ ਨਾਮ ਤੋਂ ਬਗੈਰ ਜਿਹੜਾ ਸੋਹਣੇ ਕੱਪੜਿਆਂ ਦਾ ਪਹਿਨਣਾ ਹੈ, ਚੰਗੇ ਪਦਾਰਥਾਂ ਦਾ ਖਾਣਾ ਹੈ, ਉਹ ਇਹੋ ਜਿਹਾ ਹੈ ਜਿਉਂ ਕੂਕਰ ਜੂਠਨ ਮੈਂ ਪਾਏ, ਕਿ ਜਿਵੇਂ ਕੂਕਰ ਕੁੱਤੇ ਦੇ ਜੂਠੇ ਬਰਤਨ ਵਿੱਚ ਕੋਈ ਚੀਜ਼ ਪਾ ਦੇਈਏ ਤਾਂ ਉਹ ਪੁਰਸ਼ਾਂ ਦੇ ਖਾਣ ਯੋਗ ਨਹੀਂ ਰਹਿੰਦੀ। ਜੋ ਕੁੱਤੇ ਪਾਲੇ ਹੁੰਦੇ ਹਨ ਉਹਨਾਂ ਵਾਸਤੇ ਬਰਤਨ ਲੱਗੇ ਹੁੰਦੇ ਹਨ ਕਿ ਜਿਹੜੇ ਉਹ ਬਰਤਨਾਂ ਦੇ ਵਿੱਚ ਖਾਣਾ ਪਾਇਆ ਜਾਂਦਾ ਹੈ, ਉਹ ਖਾਣਾ ਮਨੁੱਖ ਦੇ ਪੁਰਸ਼ਾਂ ਦੇ ਖਾਣ ਯੋਗ ਨਹੀਂ ਰਹਿੰਦਾ। ਇਸ ਪ੍ਰਕਾਰ ਜੋ ਨਾਮ ਜਪਣ ਤੋਂ ਬਿਨਾਂ ਮਨੁੱਖ ਹੈ, ਉਸ ਦੇ ਮੂੰਹ ਵਿੱਚ ਭੋਜਨ ਪਾਉਣਾ ਕੁੱਤੇ ਦੇ ਠੂਠੇ ਦੀ ਨਿਆਈ ਹੈ, ਕੁੱਤੇ ਦੇ ਜੂਠੇ ਬਰਤਨ ਦੀ ਨਿਆਈ ਹੈ। ਉਹ ਖਾਧੇ ਹੋਏ ਪਦਾਰਥ ਨਿਸਫਲ ਹਨ। ਸੋਹਣੇ ਵਸਤਰ ਪਹਿਨੇ ਕਿ ਡਰਨਿਆਂ ਦੀ ਨਿਆਈ ਹਨ। ਜਿਵੇਂ ਖੇਤ ਦੇ ਵਿੱਚ ਡਰਨਾ ਲੱਗਿਆ ਹੁੰਦਾ ਹੈ ਕਿ ਜੇ ਸੋਹਣੇ ਬਰਤਨ ਸੋਹਣੇ ਵਸਤਰ ਜੇ ਪਹਿਨੇ ਹੋਣ, ਨਾਮ ਤੋਂ ਬਿਨਾਂ ਹੋਵੇ ਜੀਵ, ਉਹ ਡਰਨੇ ਦੀ ਨਿਆਈ ਸਮਝਣੇ ਚਾਹੀਦੇ ਹਨ ਕਿ ਪਰਮੇਸ਼ਰ ਖਾਣ ਨੂੰ ਦਿੰਦਾ ਹੈ ਤੇ ਪਹਿਨਣ ਨੂੰ ਦਿੰਦਾ ਹੈ। ਪਹਿਨਿਆ ਹੋਇਆ ਤਾਂ ਇਹ ਹੈ ਜਿਸ ਨੇ ਨਾਮ ਨਹੀਂ ਜਪਿਆ, ਕਿ ਇਹ ਡਰਨੇ ਦੇ ਵਸਤਰ ਪਾਏ ਹਨ। ਤੇ ਜੇ ਖਾਂਦਾ ਹੈ ਤਾਂ ਕੁੱਤੇ ਦੇ ਜਿਹੜੇ ਠੂਠਾ ਹੈ ਉਸ ਦੀ ਨਿਆਈ ਸਮਝਿਆ ਜਾਂਦਾ ਹੈ। ਨਾਮ ਬਿਨਾ ਜੇਤਾ ਵਿਵਹਾਰ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਤਨਾ ਇਹ ਜੀਵ ਵਿਵਹਾਰ ਕਾਰੋ ਵਿਹਾਰ ਕਰਦਾ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਨਾਮ ਬਿਨਾ ਜੇਤਾ ਵਿਵਹਾਰ ਜਿਉਂ ਮਿਰਤਕ ਮਿਥਿਆ ਸ਼ਿਗਾਰ। ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਤਨਾ ਇਹ ਜੀਵ ਵਿਵਹਾਰ ਕਾਰੋ ਵਿਹਾਰ ਕਰਦਾ ਹੈ, ਉਹ ਇਸ ਤਰ੍ਹਾਂ ਨਿਸਫਲ ਹਨ ਜਿਵੇਂ ਮਿਰਤਕ ਮਰੇ ਹੋਏ ਪੁਰਸ਼ ਦਾ ਸ਼ਿਗਾਰ ਕਰਨਾ ਮਿਥਿਆ ਹੈ, ਝੂਠਾ ਹੀ ਹੁੰਦਾ ਹੈ। ਉਹ ਲਾਭ ਦਾ ਇੱਕ ਨਹੀਂ ਹੈ। ਕਿ ਇਸ ਜੀਵ ਬਾਰੇ ਸਮਝਾ ਰਹੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ, ਨਾਮ ਬਿਨਾ ਜੇਤਾ ਵਿਵਹਾਰ ਜਿਉਂ ਮਿਰਤਕ ਮਿਥਿਆ ਸ਼ਿਗਾਰ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਤਨਾ ਇਹ ਜੀਵ ਵਿਹਾਰ ਕਾਰੋ ਵਿਹਾਰ ਕਰਦਾ ਹੈ, ਉਹ ਇਸ ਤਰ੍ਹਾਂ ਨਿਸਫਲ ਹੈ ਜਿਵੇਂ ਮਿਰਤਕ ਮਰੇ ਹੋਏ ਪੁਰਸ਼ ਦਾ ਸ਼ਿਗਾਰ ਕਰਨਾ ਹੈ,
ਝੂਠਾ ਹੀ ਹੁੰਦਾ ਹੈ ਸ਼ਿੰਗਾਰ ਕਰਨਾ ਮਰੇ ਹੋਏ ਪੁਰਸ਼ ਦਾ। ਉਹ ਲਾਭ ਦਾ ਇੱਕ ਨਹੀਂ, ਉਸ ਨੂੰ ਨਫਾ ਨਹੀਂ। ਇਸੇ ਤਰ੍ਹਾਂ ਇਸ ਜੀਵ ਨੂੰ ਵੀ ਨਾਮ ਜਪੇ ਤੋਂ ਬਿਨਾ ਹੋਰ ਕਾਰੋ ਵਿਹਾਰ ਕਰਨੇ ਲਾਭ ਦਾ ਇੱਕ ਨਹੀਂ, ਨਫਾ ਨਹੀਂ ਮਿਲਦਾ ਇਸ ਨੂੰ। ਜੇ ਨਫਾ ਪ੍ਰਾਪਤ ਹੋਣਾ ਹੈ ਤਾਂ ਨਾਮ ਦੇ ਵਿੱਚੋਂ ਹੀ ਹੋਣਾ ਹੈ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੈ ਨਹੀਂ ਤਨ ਮੈਂ ਰੋਗ। ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਇੱਕ ਪੰਗਤੀ ਦੇ ਵਿੱਚ ਨਾਮ ਤੋਂ ਹੀਣਿਆਂ ਨੂੰ ਸਮਝਾ ਰਹੇ ਹਨ। ਨਾਮ ਜਪਣ ਤੋਂ ਬਿਨਾਂ ਹਨ ਜਿਹੜੇ ਨਾਮ ਵਿਸਾਰ, ਜੋ ਪੁਰਸ਼ ਸੱਚੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਿਸਾਰ ਕੇ ਭੁਲਾ ਕੇ ਸੰਸਾਰ ਦੇ ਰਸ ਭੋਗ, ਭੋਗਾਂ ਪਦਾਰਥਾਂ ਦੇ ਰਸਾਂ ਨੂੰ ਭੋਗਣਾ ਕਰਦਾ ਹੈ। ਨਾਮ ਵਿਸਾਰ ਕਰੇ ਰਸ ਭੋਗ, ਜੋ ਪੁਰਸ਼ ਸੱਚੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਭੁਲਾ ਕੇ ਸੰਸਾਰ ਦੇ ਭੋਗ ਪਦਾਰਥਾਂ ਦੇ ਰਸਾਂ ਨੂੰ ਭੋਗਣਾ ਕਰਦਾ ਹੈ। ਸੁਖ ਸੁਪਨੇ ਨਹੀਂ ਤਨ ਮੈਂ ਰੋਗ, ਉਸ ਪੁਰਸ਼ ਨੂੰ ਸੁਪਨੇ ਮਾਤਰ ਵੀ ਸੁੱਖ ਨਹੀਂ ਹੋ ਸਕਦਾ, ਬਲਕਿ ਤਨਮੈ ਰੋਗ, ਤਨ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਹਨ। ਜੋ ਪੁਰਸ਼ ਸੱਚੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਸੰਸਾਰ ਦੇ ਭੋਗਾਂ ਨੂੰ ਭੋਗਣਾ ਕਰਦਾ ਹੈ, ਪਦਾਰਥਾਂ ਦੇ ਰਸਾਂ ਨੂੰ ਭੋਗਣਾ ਕਰਦਾ ਹੈ, ਉਸ ਪੁਰਸ਼ ਨੂੰ ਸੁਪਨੇ ਮਾਤਰ ਵੀ ਸੁੱਖ ਨਹੀਂ ਹੋ ਸਕਦਾ, ਬਲਕਿ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਹਨ। ਨਾਮ ਤਿਆਗ ਕਰੇ ਅਨ ਕਾਜ, ਬਿਨ ਸਜਾਏ ਝੂਠੇ ਸਭ ਪਾਜ। ਜੋ ਜੀਵ ਸੱਚੇ ਪਰਮੇਸ਼ਰ ਦੇ ਨਾਮ ਨੂੰ ਤਿਆਗ ਕੇ ਛੱਡ ਕੇ ਹੋਰ ਦਵੈਤ ਵਾਲੇ ਕਾਰਜਾਂ ਨੂੰ ਕਰਦਾ ਹੈ, ਬਿਨ ਸਜਾਏ ਝੂਠੇ ਸਭ ਪਾਜ, ਉਹ ਸਾਰੇ ਕਾਰਜ ਝੂਠੇ ਅਤੇ ਪਾਜ ਪਖੰਡ ਰੂਪ ਹੀ ਹਨ, ਜੋ ਨਾਸ ਹੋ ਜਾਣਗੇ। ਨਾਮ ਤਿਆਗ ਕਰੇ ਅਨਕਾਜ, ਬਿਨ ਸਜਾਏ ਝੂਠੇ ਸਭ ਪਾਜ। ਜੋ ਜੀਵ ਸੱਚੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਤਿਆਗ ਕੇ ਅਨਕਾਜ ਹੋਰ ਦਵੈਤ ਵਾਲੇ ਕਾਰਜਾਂ ਨੂੰ ਕਰਦਾ ਹੈ, ਉਹ ਸਾਰੇ ਕਾਰਜ ਝੂਠੇ ਅਤੇ ਪਖੰਡ ਰੂਪ ਹਨ, ਜੋ ਨਾਸ ਹੋ ਜਾਣਗੇ। ਅੱਗੇ ਮਹਾਰਾਜ ਜੀ ਕਥਨ ਕਰਦੇ ਹਨ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕਰਮ ਕਰਤੋ ਨਰਕ ਜਾਵੈ। ਜਿੰਨਾ ਚਿਰ ਇਹ ਜੀਵ ਸੱਚੇ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਮਨ ਦੀ ਪ੍ਰੀਤੀ ਨਹੀਂ ਲਾਉਂਦਾ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਜਿੰਨਾ ਚਿਰ ਇਹ ਜੀਵ ਸੱਚੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਨਾਲ ਮਨ ਦੀ ਪ੍ਰੀਤੀ ਨਹੀਂ ਲਾਉਂਦਾ, ਉਤਨਾ ਚਿਰ ਉਹ ਪੁਰਸ਼ ਕੋਟ ਕਰਮ ਕਰਤੋ ਨਰਕ ਜਾਵੈ। ਉਤਨਾ ਚਿਰ ਉਹ ਪੁਰਸ਼ ਕੋਟ ਕਰੋੜਾਂ ਕਰਮ ਕਰਦਾ ਹੋਇਆ ਵੀ ਮੁਕਤ ਨਹੀਂ ਹੋ ਸਕੇਗਾ, ਕਿ ਕਰੋੜਾਂ ਕਰਮਾਂ ਦੀ ਹੰਗਤਾ ਕਰਦਾ ਹੋਇਆ ਨਰਕਾਂ ਵਿੱਚ ਹੀ ਜਾਵੇਗਾ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਜਿੰਨਾ ਚਿਰ ਇਹ ਜੀਵ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਨਾਮ ਦੇ ਨਾਲ ਮਨ ਦੀ ਪ੍ਰੀਤੀ ਨਹੀਂ ਲਾਉਂਦਾ, ਉਹਨਾਂ ਚਿਰ ਉਹ ਪੁਰਸ਼ ਕਰੋੜਾਂ ਕਰਮ ਕਰਦਾ ਹੋਇਆ ਵੀ ਮੁਕਤ ਨਹੀਂ ਹੋ ਸਕੇਗਾ। ਕਰੋੜਾਂ ਕਰਮਾਂ ਦੀ ਹੰਗਤਾ ਕਰਦਾ ਹੋਇਆ, ਕਰੋੜਾਂ ਕਰਮਾਂ ਦਾ ਹੰਕਾਰ ਕਰਦਾ ਹੋਇਆ ਨਰਕਾਂ ਵਿੱਚ ਜਾਵੇਗਾ। ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਬਾਧਾ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਮਨ ਦੀ ਭਾਵਨਾ ਨਾਲ ਜਾਦ ਭਾਵ ਅਰਾਧਨਾ ਨਹੀਂ ਕੀਤਾ। ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਮਨ ਦੀ ਭਾਵਨਾ ਨਾਲ ਅਰਾਧਨਾ ਨਹੀਂ ਕੀਤਾ। ਚੋਰ ਕੀ ਨਿਆਈ ਜੰਪੁਰ ਬਾਧਾ,
ਉਹ ਚੋਰਾਂ ਦੀ ਨਿਆਈ ਚੋਰਾਂ ਦੀ ਤਰ੍ਹਾਂ ਜਮਾਂ ਦੀ ਪੁਰੀ ਵਿੱਚ ਬੰਨ੍ਹਿਆ ਜਾਵੇਗਾ। ਬੜਾ ਲਾਂਭਾ ਦਿੱਤਾ ਹੈ ਮਹਾਰਾਜ ਜੀ ਨੇ ਕਿ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਮਨ ਦੀ ਭਾਵਨਾ ਦੇ ਨਾਲ ਆਰਾਧਨਾ ਨਹੀਂ ਕੀਤਾ, ਉਹ ਚੋਰ ਦੀ ਨਿਆਈ ਚੋਰ ਦੀ ਤਰ੍ਹਾਂ ਜਮਾਂ ਦੀ ਪੁਰੀ ਵਿੱਚ ਬੰਨ੍ਹਿਆ ਜਾਵੇਗਾ। ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਸਾਰਾ। ਮਹਾਰਾਜ ਜੀ ਕਹਿਣ ਲੱਗੇ ਭਾਵੇਂ ਲੱਖ ਲੱਖਾਂ ਅਡੰਬਰ ਬਣਾਵਟਾਂ ਨੂੰ ਬਹੁਤ ਵਿਸਥਾਰ ਪੂਰਵਕ ਫੈਲਾਇਆ ਹੋਵੇ, ਲੱਖ ਅਡੰਬਰ ਬਹੁਤ ਵਿਸਥਾਰਾ, ਭਾਵੇਂ ਲੱਖਾਂ ਅਡੰਬਰਾਂ ਨੂੰ ਬਹੁਤ ਵਿਸਥਾਰ ਪੂਰਵਕ ਫੈਲਾਇਆ ਹੋਵੇ, ਇਹ ਸਾਰਾ ਨਾਮ ਬਿਨਾ ਝੂਠੇ ਪਸਾਰਾ, ਇਹ ਸਾਰਾ ਸੱਚੇ ਨਾਮ ਤੋਂ ਬਿਨਾ ਹੋਣ ਕਰਕੇ ਝੂਠਾ ਪਸਾਰਾ ਹੈ। ਕਿਤਨਾ ਵੀ ਜੀਵ ਨੇ ਪਸਾਰਾ ਫੈਲਾਇਆ ਹੋਵੇ ਕਿ ਨਾਮ ਤੋਂ ਬਿਨਾ ਇਹ ਸਾਰਾ ਝੂਠਾ ਹੀ ਹੈ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਅਖੀਰਲੀਆਂ ਪੰਗਤੀਆਂ 8ਵੇਂ ਪਦੇ ਦੇ ਵਿੱਚ ਸਮਝਾ ਰਹੇ ਹਨ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਹੇ ਭਾਈ, ਹਰੀ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਉਹੀ ਜਨ ਉਹੀ ਪੁਰਖ ਲੈ ਸਕਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਸਤਿਗੁਰੂ ਜੀ ਕਿਰਪਾ ਮਿਹਰ ਕਰਕੇ ਇਹ ਨਾਮ ਅੰਮ੍ਰਿਤ ਦੀ ਦਾਤ ਦੇਣਾ ਕਰਦੇ ਹਨ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਹੇ ਭਾਈ, ਹਰੀ ਅਕਾਲ ਪੁਰਖ ਦਾ ਅੰਮ੍ਰਿਤ ਰੂਪੀ ਨਾਮ ਉਹੀ ਪੁਰਖ ਲੈ ਸਕਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਨੂੰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇਹ ਨਾਮ ਅੰਮ੍ਰਿਤ ਦੀ ਦਾਤ ਦੇਣਾ ਕਰਦੇ ਹਨ। ਪਰ ਅਸੀਂ ਜੀਵ ਗੁਰੂ ਸਾਹਿਬ ਤੋਂ ਨਾਮ ਦੀ ਦਾਤ ਨਹੀਂ ਲੈਣਾ ਚਾਹੁੰਦੇ। ਫਿਰ ਜੇ ਨਾਮ ਦੀ ਦਾਤ ਨਹੀਂ ਲਾਉਣਾ ਚਾਹੁੰਦੇ, ਫਿਰ ਗੁਰੂ ਕਿਰਪਾ ਕਿਵੇਂ ਕਰੇਗਾ? ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਧਾਰਨ ਕਰੀਏ, ਗੁਰੂ ਤੋਂ ਅੰਮ੍ਰਿਤ ਦੀ ਨਾਮ ਦੀ ਦਾਤ ਲਈਏ, ਤਾਂ ਹੀ ਗੁਰੂ ਕਿਰਪਾ ਕਰਨਗੇ। ਗੁਰੂ ਕਿਰਪਾ ਕਰਕੇ ਇਸ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਿਨਾਰੇ 'ਤੇ ਲਾ ਦਿੰਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਸਾਰਾ। ਭਾਵੇਂ ਲੱਖਾਂ ਅਡੰਬਰ ਬਣਾਵਟਾਂ ਨੂੰ ਵਿਸਥਾਰ ਪੂਰਵਕ ਫੈਲਾਇਆ ਹੋਵੇ, ਇਹ ਸਾਰਾ ਸੱਚੇ ਨਾਮ ਤੋਂ ਬਿਨਾ ਹੋਣ ਕਰਕੇ ਝੂਠਾ ਪਸਾਰਾ ਹੈ। ਹਰ ਕਾ ਨਾਮ ਸੋਈ ਜਨ ਲੇ। ਹੇ ਭਾਈ, ਹਰੀ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਉਹੀ ਜਨ ਉਹੀ ਪੁਰਖ ਲੈ ਸਕਦਾ ਹੈ। ਕਰ ਕਿਰਪਾ ਨਾਨਕ ਜਿਸ ਦੇ। ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਨੂੰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਮਿਹਰ ਕਰਕੇ ਇਹ ਨਾਮ ਅੰਮ੍ਰਿਤ ਦੀ ਦਾਤ ਦੇਣਾ ਕਰਦੇ ਹਨ ਕਿ ਅੰਮ੍ਰਿਤ ਦੀ ਦਾਤ ਲੈਣਾ ਕਰੀਏ, ਨਾਮ ਦੀ ਦਾਤ ਲੈਣਾ ਕਰੀਏ। ਜੇ ਗੁਰੂ ਧਾਰਨ ਕਰਾਂਗੇ, ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਂਗੇ। ਅੰਮ੍ਰਿਤ ਦੀ ਦਾਤ ਦੇ ਨਾਲ ਗੁਰੂ ਸਾਹਿਬ ਪੰਜ ਪਿਆਰੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਨਾਮ ਦੀ ਦਾਤ ਬਖਸ਼ਿਸ਼ ਹੋਣ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ ਕਿ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ ਅਤੇ ਨਾਮ ਦੀਆਂ ਦਾਤਾਂ ਗੁਰੂ ਕੋਲੋਂ ਲੈਣਾ ਕਰੀਏ, ਪੰਜ ਪਿਆਰਿਆਂ ਕੋਲੋਂ ਨਾਮ ਦੀ ਦਾਤ ਲੈਣਾ ਕਰੀਏ, ਅੰਮ੍ਰਿਤ ਦੀ ਦਾਤ ਲੈਣਾ ਕਰੀਏ, ਜਿਸ ਦੇ ਨਾਲ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਜਾਈਂਦੇ ਹੈ। ਆਓ ਸਮਾਂ ਹੋ ਚੁੱਕਿਆ ਹੈ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ